ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸਨਰਾਈਜ਼ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 10 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਲੋਕ ਖੇਤਾਂ 'ਚ ਕੰਮ ਕਰਦੇ ਆ ਜਾਂ ਹੋਟਲ ਵਰਕਰਸ ਆ, ਉਹਨਾਂ ਨੂੰ ਡਿਪੋਰਟ ਕਰਨਾ ਆਪਾਂ ਹੁਣ ਸਲੋ ਕਰਨ ਜਾ ਰਹੇ ਹਾਂ। ਇਹ ਅੱਜ ਉਹਨਾਂ ਨੇ ਅਨਾਊਂਸ ਕੀਤਾ। ਕਹਿੰਦੇ ਵੀ ਇਸ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਨ ਦੇ ਲਈ ਬੰਦੇ ਚਾਹੀਦੇ ਆ, ਉਹ ਲੱਭਣੇ ਕਾਫੀ ਔਖੇ ਹੈਗੇ ਆ। ਉਹ ਕਹਿੰਦੇ ਵੀ ਹੁਣ ਸਾਨੂੰ ਜਿਹੜੇ ਕਿਸਾਨ ਆ ਉਹਨਾਂ ਦੀ ਟੇਕ ਕੇਅਰ ਕਰਨੀ ਪਊਗੀ ਤੇ ਖਾਸ ਕਰਕੇ ਜਿਹੜੇ ਹੋਟਲਾਂ ਵਾਲੇ ਆ ਉਹਨਾਂ ਦੀ ਵੀ। ਸੋ ਇਹ ਉਹਨਾਂ ਨੇ ਇੱਕ ਅੱਜ ਜਿਹੜੀ ਉਹਨਾਂ ਦੀ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਦੱਸਿਆ, ਕਿਉਂਕਿ ਬਹੁਤ ਸਾਰੇ ਜੋ ਫਾਰਮਰਸ ਆ ਅਮਰੀਕਾ ਦੇ, ਉਹ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਦੇ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਪੋਰਟਰ ਸੀ। ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਛਾਪੇ ਪਏ ਸੀ ਬੇਕਰਸਫੀਲਡ, ਫ੍ਰਿਜ਼ਨੋ ਜਾਂ ਹੋਰ ਉਧਰ ਪੋਲਟਰੀ ਫਾਰਮਸ ਈਸਟ ਵੱਲ, ਤੇ ਕਾਫੀ ਜਿਹੜੇ ਵੋਟਰ ਸੀ ਉਹ ਅਪਸੈਟ ਸੀਗੇ। ਸੋ ਉਹ ਉਸ ਜਿਹੜਾ ਸਾਰਾ ਫੀਲਡ ਹੈਗਾ ਫਾਰਮਿੰਗ ਦਾ, ਤੇ ਇਸੇ ਤਰ੍ਹਾਂ ਹੁਣ ਫਿਰ ਹੋਟਲ ਇੰਡਸਟਰੀ ਤਾਂ ਕੈਸ਼ ਪਟੇਲ ਹੈਗਾ ਹੀ ਆ, ਤੁਹਾਨੂੰ ਪਤਾ ਹੀ ਆ। ਸੋ ਉਹਨਾਂ ਨੇ ਦੋ ਇੰਡਸਟਰੀ ਦੇ ਵਿੱਚ ਕਹਿਤਾ ਵੀ ਇਹਨਾਂ ਲੋਕਾਂ ਤੇ ਜਿਹੜੇ ਇਲੀਗਲ ਬੰਦੇ ਜਾਂ ਅਨਡਾਕੂਮੈਂਟਡ ਕੰਮ ਕਰਦੇ ਆ, ਉਹਨਾਂ ਨੂੰ ਡਿਪੋਰਟ ਕਰਨਾ ਅਸੀਂ ਸਲੋ ਕਰਨ ਜਾ ਰਹੇ ਹਾਂ। ਇਹ ਨਹੀਂ ਉਹਨੇ ਕਿਹਾ ਵੀ ਅਸੀਂ ਫੜਾਂਗੇ ਨਹੀਂ, ਪਰ ਇਹ ਉਹਨਾਂ ਨੇ ਕਹਿਤਾ ਵੀ ਹਾਂ ਅਸੀਂ ਇਸ ਏਰੀਏ ਦੇ ਵਿੱਚ ਜੋ ਲੋਕ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਜੋ ਬਾਹਰਲੇ ਮੁਲਕਾਂ ਦੇ ਬੋਰਨ ਹੈਗੇ ਆ, ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਾਂਗੇ, ਬੜਾ ਸਲੋ ਕਰਾਂਗੇ। USA ਦੇ ਵਿੱਚ ਬਹੁਤ ਸਾਰੇ ਲੋਕ H-2A ਵੀਜ਼ਾ ਦੇ ਅੰਡਰ ਆਉਂਦੇ ਹੈਗੇ ਆ, ਤੇ 42% ਵਰਕਰਸ ਅੱਜ ਦੀ ਡੇਟ ਦੇ ਵਿੱਚ ਜੋ ਫਾਰਮ ਦੇ ਵਿੱਚ ਤੇ ਮੋਟਲਾਂ 'ਚ ਕੰਮ ਕਰਦੇ ਉਹ ਅਨਡਾਕੂਮੈਂਟਡ ਹੈਗੇ ਆ। ਸੋ ਇਹ ਇੱਕ ਥੋੜੀ ਜਿਹੀ ਚੰਗੀ ਖਬਰ ਆਈ ਹੈਗੀ ਆ, ਖਾਸ ਕਰਕੇ ਜਿਹੜੇ ਫਾਰਮਰਸ ਆ ਉਹਨਾਂ ਦੇ ਲਈ। ਬਿਲਕੁਲ ਹਰਜੋਤ ਸਿੰਘ ਜੀ, ਅਮਰੀਕਾ ਦੀ ਫੂਡ ਸਿਕਿਉਰਿਟੀ ਦਾ ਮਸਲਾ ਬਣ ਜਾਂਦਾ। ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਅਮਰੀਕੀ ਕਿੰਨੇ ਸਭ ਨੂੰ ਹੀ ਇਸ ਦੇ ਵਿੱਚ ਪਤਾ ਆ। ਸੋ ਬਾਹਰਲੇ ਮੁਲਕਾਂ ਦੇ ਆ ਕੇ ਉੱਥੇ ਜਿਹੜੇ ਫਾਰਮ ਵਰਕਰ ਦੇ ਤੌਰ ਦੇ ਉੱਤੇ ਮਜ਼ਦੂਰੀ ਜਿਹੜੀ ਉਹ ਕਰਦੇ ਨੇ, ਤੇ ਜਿਹੜਾ ਇੱਕ ਡਰ ਦਾ ਸਹਿਮ ਦਾ ਉੱਥੇ ਮਾਹੌਲ ਬਣਿਆ ਸੀ। ਕਰੂਜ਼ ਜਿਹੜੇ ਆ ਉਹਨਾਂ ਨੂੰ ਮਿਲਣੇ ਔਖੇ ਹੋਏ ਸੀ। ਹਾਂ, ਹੁਣ ਥੋੜ੍ਹੀ ਜਿਹੀ ਸਟੇਬਿਲਿਟੀ ਆਈ ਸੀ, ਪਰ ਇੱਦਾਂ ਕਹਿਣ ਦੇ ਨਾਲ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਫਾਰਮਰਸ ਆ, ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦੇ ਬੜੇ ਵੱਡੇ ਸਮਰਥਕ ਰਹੇ ਆ, ਤੇ ਇਵੈਂਚੁਅਲੀ ਉਹਨਾਂ ਦੀ ਹੁਣ ਇਹਨਾਂ ਨੇ ਟਰੰਪ ਹੋਣਾ ਨੇ ਜਿਹੜੀ ਸੁਣੀ ਆ, ਤੇ ਉਮੀਦ ਕਰਦੇ ਹਾਂ ਵੀ ਉਹ ਕੰਮਕਾਜ ਜਿਹੜਾ ਉਹ ਥੋੜਾ ਵਧੀਆ ਜਿਹੜਾ ਉਹ ਚੱਲ ਸਕੇ। ਅਦਰਵਾਈਜ਼ ਨਹੀਂ ਤਾਂ ਸਿਚੁਏਸ਼ਨ ਜਿਹੜੀ ਉਹ ਬੈਡ ਬਣ ਸਕਦੀ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਸੁਪਰੀਮ ਕੋਰਟ ਨੇ ਅੱਜ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਆਖਿਆ ਆ ਵੀ ਭਾਈ ਜਿਹੜਾ ਬੰਦਾ ਤੁਸੀਂ ਗਲਤੀ ਦੇ ਨਾਲ ਅਲ ਸੈਲਵਾਡੋਰ ਦੇ ਵਿੱਚ ਘੱਲਿਆ ਸੀ, ਉਸ ਨੂੰ ਵਾਪਸ ਲਿਆਂਦਾ ਜਾਵੇ। ਇਸ ਤੋਂ ਪਹਿਲਾਂ ਹੋਰ ਅਦਾਲਤਾਂ ਨੇ ਵੀ ਜਿਹੜੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਇਸ ਬੰਦੇ ਨੂੰ ਜਿਹੜਾ ਉਹ ਵਾਪਸ ਲਿਆਂਦਾ ਜਾਵੇ। ਕਿਲਮਰ ਅਰਮਾਂਡੋ ਅਬਰੇਗੋ ਗਾਰਸੀਆ, ਇਹ ਸੈਲਵਾਡੋਰ ਦਾ ਨੈਸ਼ਨਲ ਆ। ਇਹਨੂੰ 15 ਮਾਰਚ ਨੂੰ ਡਿਪੋਰਟ ਕਰ ਦਿੱਤਾ ਗਿਆ ਸੀਗਾ, ਤੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਇਸ ਬੰਦੇ ਦਾ ਕੋਈ ਰੈਕਡ ਨਹੀਂ ਹੈਗਾ, ਕੋਈ ਗੈਂਗ ਦਾ ਮੈਂਬਰ ਨਹੀਂ ਆ। ਸੋ ਲੋਕਾਂ ਨੇ ਵੀ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਰੈਲੀਜ਼ ਇਸ ਦੇ ਹੱਕ ਦੇ ਵਿੱਚ ਕੀਤੀਆਂ ਆ, ਤੇ ਹੁਣ ਅਦਾਲਤ ਨੇ ਜਿਹੜਾ ਟਰੰਪ ਪ੍ਰਸ਼ਾਸਨ ਨੂੰ ਕਿਹਾ ਆ ਵੀ ਭਾਈ ਇਸ ਨੂੰ ਵਾਪਸ ਲਿਆਂਦਾ ਜਾਵੇ। ਉੱਦਾਂ ਜਿਹੜਾ ਇਹ ਓਪੀਨੀਅਨ ਆ, ਕਹਿੰਦੇ ਵੀ ਅਨਸਾਈਨਡ ਸੀ ਤੇ ਕਿਸੇ ਨੇ ਇਸ ਦੇ ਉਲਟ ਡਿਸੈਂਟ ਨਹੀਂ ਕੀਤਾ ਸੀ। ਸੋ ਸਾਰੇ ਜਸਟਿਸ ਨੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਸੋਚ ਰੱਖੀ ਹੈਗੀ ਆ, ਤੇ ਪਰ ਕਹਿੰਦੇ ਵੀ ਡੈਡਲਾਈਨ ਨਹੀਂ ਦਿੱਤੀ ਵੀ ਕੱਲ ਨੂੰ ਲਿਆਉਣਾ, ਪਰਸੋਂ ਨੂੰ ਲਿਆਉਣਾ, ਸਾਲ ਨੂੰ ਲਿਆਉਣਾ,
ਮਹੀਨਿਆਂ ਨੂੰ ਲਿਆਉਣਾ, ਇਹ ਉਹਨਾਂ ਨੂੰ ਖੁੱਲ੍ਹਾ ਵਕਤ ਜਿਹੜਾ ਨਾਲ ਦੇ ਨਾਲ ਦੇ ਦਿੱਤਾ ਹੈਗਾ ਆ। ਜਿਹੜੇ ਕਿਲਮਰ ਦੇ ਪਰਿਵਾਰ ਵਾਲੇ ਆ, ਉਹਦੇ ਸਮਰਥਕ, ਉਹ ਕਹਿੰਦੇ ਵੀ ਅੱਜ ਅਸੀਂ ਦੇਖਿਆ ਵੀ ਇੱਥੇ ਰੂਲ ਆਫ ਲਾ ਪ੍ਰਵੇਲ ਕੀਤਾ ਆ। ਸੁਪਰੀਮ ਕੋਰਟ ਨੇ ਡਿਸਟ੍ਰਿਕਟ ਜੱਜ ਦੇ ਉਸ ਫੈਸਲੇ ਨੂੰ ਅਪਹੈਲਡ ਕੀਤਾ, ਯਾਨੀ ਕਿ ਉਸ ਦੇ ਉੱਤੇ ਮੋਹਰ ਲਾਈ, ਜਿਸ ਵਿੱਚ ਉਸ ਡਿਸਟ੍ਰਿਕਟ ਕੋਰਟ ਜੱਜ ਨੇ ਵੀ ਕਿਹਾ ਸੀ ਵੀ ਸਰਕਾਰ ਨੂੰ ਕਿਲਮਰ ਨੂੰ ਵਾਪਸ ਜਿਹੜਾ ਉਹ ਲਿਆਉਣਾ ਚਾਹੀਦਾ ਹੈਗਾ ਆ। ਅੱਜ ਨਿਊਯਾਰਕ ਦੇ ਵਿੱਚ ਉੱਥੇ ਜਿਹੜਾ ਹਡਸਨ ਰਿਵਰ ਆ, ਇੱਕ ਪ੍ਰਾਈਵੇਟ ਟੂਰਿਸਟ ਹੈਲੀਕਾਪਟਰ ਕ੍ਰੈਸ਼ ਕਰ ਗਿਆ, ਜਿਹਦੇ ਨਾਲ ਜੋ 6 ਜਣੇ ਉਸ ਹੈਲੀਕਾਪਟਰ ਦੇ ਉੱਤੇ ਸੀ, ਉਹਨਾਂ ਸਾਰਿਆਂ ਦੀ ਮੌਤ ਹੋ ਗਈ। 6 ਜਣਿਆਂ ਦੇ ਵਿੱਚ ਇੱਕ ਪਾਇਲਟ, 2 ਹਸਬੈਂਡ ਤੇ ਵਾਈਫ, 3 ਉਹਨਾਂ ਦੇ ਜਿਹੜੇ ਬੱਚੇ ਆ, ਉਹ ਉਹਨਾਂ ਦੀ ਉਮਰ ਵੀ ਬੜੀ ਘੱਟ ਦੱਸੀ ਗਈ ਆ, ਇੱਕ 4 ਸਾਲ ਦਾ, ਇੱਕ 5 ਸਾਲ ਦਾ ਤੇ 11 ਸਾਲ ਦਾ, ਇਹ ਦੱਸੇ ਗਏ ਆ। ਸੋ ਹਡਸਨ ਰਿਵਰ ਜੋ ਲੋਅਰ ਮੈਨਹਟਨ ਨਿਊਯਾਰਕ ਸਿਟੀ ਏਰੀਏ ਦੇ ਵਿੱਚ ਹੈਗਾ ਆ, ਉੱਥੇ ਸ਼ਾਮੀ ਜਿੱਦਾਂ 3:17 ਤੇ ਜੋ ਨਿਊਯਾਰਕ ਦਾ ਟਾਈਮ ਆ, ਇੱਕ ਐਕਸੀਡੈਂਟ ਵਾਪਰ ਗਿਆ, ਜਿਹਦੇ ਨਾਲ ਜੋ ਹੈਲੀਕਾਪਟਰ ਸੀ ਉਹ ਦਰਿਆ ਦੇ ਵਿੱਚ ਡਿੱਗ ਪਿਆ ਤੇ ਕੋਈ ਵੀ ਉਸ ਨੂੰ ਬਚਾ ਨਹੀਂ ਸਕੇ। ਜੋ 5 ਮੈਂਬਰ ਸੀ ਪਾਇਲਟ ਤੋਂ ਬਿਨਾਂ, ਉਹ ਇੱਕੋ ਹੀ ਫੈਮਿਲੀ ਸੀ। ਬਾਰਸੀਲੋਨਾ ਸਪੇਨ ਤੋਂ ਸੀ। 2 ਸਪੈਨਿਸ਼ ਆਫੀਸ਼ੀਅਲਸ ਨੇ ਇਹ ਦੱਸਿਆ ਹੈਗਾ। ਸੋ ਸਿਟੀ ਮੇਅਰ ਐਰਿਕ ਐਡਮ ਨੇ ਇਹ ਕਿਹਾ ਵੀ ਸਾਨੂੰ ਬਹੁਤ ਦੁੱਖ ਆ ਤੇ ਸਾਡਾ ਜਿਹੜਾ ਹਰਟ ਆ ਉਹ ਜੋ ਮਾਰੇ ਗਏ ਆ ਉਹਨਾਂ ਵੱਲ ਜਾ ਰਿਹਾ ਹੈਗਾ ਤੇ ਅਸੀਂ ਬਹੁਤ ਹੀ ਦੁੱਖ ਮਹਿਸੂਸ ਇਸ ਟਾਈਮ ਕਰ ਰਹੇ ਹੈਗੇ। ਜੀ, ਬੜੀ ਮੰਦਭਾਗੀ ਗੱਲ ਸੀ ਹਰਜੋਤ ਸਿੰਘ ਜੀ। ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੋਊਗੀ, ਜਿੱਦਾਂ ਕਹਿ ਸਕਦੇ ਵੀ ਵੱਟਾ ਇੱਕ ਡਿੱਗਦਾ ਅਸਮਾਨ ਚੋਂ, ਹੈਲੀਕਾਪਟਰ ਦਾ ਪਰ ਵੱਖਰਾ ਡਿੱਗਿਆ, ਉਹਦੇ ਕੁਛ ਹਿੱਸੇ ਜਿਹੜੇ ਆ ਉਹ ਵੱਖਰੇ ਡਿੱਗੇ, ਪੂਰੇ ਦਾ ਪੂਰਾ ਹਡਸਨ ਰਿਵਰ ਦੇ ਵਿੱਚ ਜਾ ਕੇ ਸਿੱਧਾ ਡਿੱਗਾ। ਬਚਣ ਦੇ ਅਸਾਰ ਇੰਨੀ ਦੂਰੋਂ ਉੱਚਿਓਂ ਡਿੱਗਣ ਦੇ ਨਾਲ ਜਿਹੜੇ ਘੱਟ ਸੀ, ਤੇ ਛੋਟੇ ਬੱਚੇ ਕਿੱਥੇ ਇਹ ਮਾਰ ਜਿਹੜੀ ਉਹ ਚੱਲ ਸਕਦੇ, ਜਦੋਂ ਅਡਲਟ ਵੀ ਜਿਹੜੇ ਉਹ ਨਹੀਂ ਬਚੇ। ਇਹ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਹਡਸਨ ਰਿਵਰ ਉਹੀ ਹੈ ਜਿੱਥੇ ਇੱਕ ਪਾਇਲਟ ਹੋਏ ਸੀਗੇ ਸਲੀ, ਉਹਨਾਂ ਇੱਕ ਕਮਰਸ਼ੀਅਲ ਪਲੇਨ ਦਾ ਲੈਂਡਿੰਗ ਗੇਅਰ ਜਿਹੜਾ ਉਹ ਫੇਲ ਹੋ ਗਿਆ ਸੀ। ਫਿਰ ਇਹਨਾਂ ਨੇ ਉਦੋਂ ਬਰਫੀਲੀ ਕੰਡੀਸ਼ਨਸ ਦੇ ਵਿੱਚ ਉਦੋਂ ਉਸ ਜਹਾਜ਼ ਨੂੰ ਉੱਥੇ ਲੈਂਡ ਕਰਕੇ ਸਾਰਿਆਂ ਦੀ ਉਦੋਂ ਜਾਨ ਜਿਹੜੀ ਉਹ ਬਚਾਈ ਸੀ, ਪਰ ਇਹਨਾਂ ਦੇ ਭਾਗ ਦੇ ਵਿੱਚ ਇੱਦਾਂ ਨਹੀਂ ਸੀਗਾ। ਸੋ ਬੜੀ ਅਫਸੋਸਜਨਕ ਘਟਨਾ ਜਿਹੜੀ ਇਹ ਵਾਪਰੀ ਆ, ਤੇ ਹੁਣ FAA ਕਹਿੰਦੇ ਵੀ ਇਸ ਦੀ ਜਾਂਚ ਕਰੇਗੀ ਵੀ ਇਸ ਦੇ ਕਾਰਨ ਕੀ ਬਣੇ, ਵੀ ਜਿਹੜਾ ਹੈਲੀਕਾਪਟਰ ਆ ਕਿਉਂ ਹਾਦਸਾਗ੍ਰਸਤ ਹੋ ਗਿਆ। ਤੇ ਯਾਦ ਹੋਣਾ ਹਰਜੋਤ ਸਿੰਘ ਜੀ, ਵਾਸ਼ਿੰਗਟਨ DC ਦੇ ਵਿੱਚ ਵੀ ਕੁਝ ਮਹੀਨੇ ਪਹਿਲਾਂ ਇੱਕ ਕਮਰਸ਼ੀਅਲ ਪਲੇਨ ਦੇ ਵਿੱਚ ਇੱਕ ਮਿਲਟਰੀ ਹੈਲੀਕਾਪਟਰ ਦਾ ਹਾਦਸਾ ਜਿਹੜਾ ਵਾਪਰਿਆ ਸੀ, ਜਦੋਂ 67 ਜਣਿਆਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਸੀ। ਸੋ ਹਵਾ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਦਸੇ ਪਿਛਲੇ ਕੁਝ ਮਹੀਨਿਆਂ 'ਚ ਵਾਪਰੇ ਆ, ਉਸੇ ਕੜੀ ਦੇ ਵਿੱਚ ਇੱਕ ਹੋਰ ਹਾਦਸਾ ਜਿਹੜਾ ਉਹ ਜੁੜ ਚੁੱਕਾ ਹੈਗਾ ਆ। ਅਗਲੀ ਖਬਰ, ਇੱਕ ਕੈਲੀਫੋਰਨੀਆ ਦੇ ਜੇਲ੍ਹ ਦੇ ਵਿੱਚੋਂ ਕੈਦੀ ਜੋ ਮਰਡਰ ਦੇ ਸਬੰਧ ਦੇ ਵਿੱਚ ਜਿਸ ਨੂੰ ਰੱਖਿਆ ਗਿਆ ਸੀ, 80 ਸਾਲਾਂ ਦੀ ਉਹਨੂੰ ਸਜ਼ਾ ਹੋਈ ਸੀ, ਉਹ ਪਿਛਲੇ ਸਾਲ ਇਸ ਜੇਲ੍ਹ ਦੇ ਵਿੱਚੋਂ ਭੱਜ ਗਿਆ ਸੀ ਤੇ ਮੈਕਸੀਕੋ ਦੇ ਵਿੱਚ ਚਲਾ ਗਿਆ ਸੀ। ਸੀਜ਼ਰ ਹਰਨਾਂਡੇਸ ਨਾਮ ਦਾ ਬੰਦਾ ਜੋ ਆ, ਉਸਨੇ ਮੈਕਸੀਕੋ ਦੇ ਵਿੱਚ ਜਾ ਕੇ ਉੱਥੇ ਦੇ ਇੱਕ ਪੁਲਿਸ ਕਮਾਂਡਰ ਨੂੰ ਵੀ ਮਾਰ ਦਿੱਤਾ ਤੇ ਜੋ ਪੁਲਿਸ ਉਸ ਨੂੰ ਲੱਭ ਰਹੀ ਸੀ। ਸੋ ਇਹ ਜਿਹੜਾ ਮੈਕਸੀਕਨ ਪੁਲਿਸ ਕਮਾਂਡਰ ਸੀ, ਇਹ ਉੱਥੇ ਦਾ ਇੱਕ ਅਲੀਟ ਯੂਨਿਟ ਆ, ਦਾ ਗ੍ਰਿੰਗੋ ਹੰਟਰਸ। ਸੋ ਉਸ ਯੂਨਿਟ ਨੂੰ ਬਿਲੋਂਗ ਕਰਦਾ ਸੀ, ਜਿਸ ਨੂੰ ਸੀਜ਼ਰ ਹਰਨਾਂਡੇਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਇਹ ਅਮਰੀਕਾ ਦੀ ਜੇਲ੍ਹ ਦੇ ਵਿੱਚੋਂ ਭੱਜ ਕੇ ਉੱਥੇ ਪਹੁੰਚਿਆ ਹੋਇਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇਹ ਖਬਰ ਜਿਹੜੀ LA ਕਾਉਂਟੀ ਤੋਂ ਆ ਰਹੀ ਆ, ਸਾਊਥ ਅਲ ਮੌਂਟੇ। ਚੋਰੀ ਕਰਨ ਵਾਲਿਆਂ ਦੇ ਦੇਖੋ ਵੀ ਹੌਸਲੇ ਕਿੰਨੇ ਬੁਲੰਦ ਹੋਏ ਪਏ ਆ। ਇੱਕ ਸਟੋਰ EMPLOYEE ਨੂੰ ਉਹਨਾਂ ਨੇ ਰਨ ਓਵਰ ਕਰਕੇ ਮਾਰ ਹੀ ਦਿੱਤਾ, ਜਦ ਕਹਿੰਦੇ ਵੀ ਇੱਕ ਸਸਪੈਕਟਡ ਸ਼ਾਪ ਲਿਫਟਰ ਨੂੰ ਇਸ ਸਟੋਰ EMPLOYEE ਨੇ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਆਪਣੀ ਗੱਡੀ ਦੇ ਨਾਲ ਉਸ ਦੇ ਉੱਤੇ ਆਪਣੀ ਗੱਡੀ ਚਾੜ ਕੇ ਉਸਨੂੰ ਹੇਠਾਂ ਦੇ ਕੇ ਜਿਹੜਾ ਉਹ ਦਰੜ ਦਿੱਤਾ, ਜਿਸ ਤੋਂ ਬਾਅਦ 'ਚ ਉਸਦੀ ਮੌਤ ਹੋ ਗਈ। ਜਾਇੰਟ ਡਿਸਕਾਊਂਟ ਸਟੋਰ ਦੇ ਬਾਹਰ ਇਹ ਜਿਹੜਾ ਹਾਦਸਾ ਆ ਉਹ ਵਾਪਰਿਆ, 2039 ਡਫਰੀ ਐਵੀਨਿਊ ਦੇ ਉੱਤੇ। ਵਿਕਟਮ ਦਾ ਜਿਹੜਾ ਭਰਾ ਆ, ਉਹ ਕਹਿੰਦੇ ਵੀ ਓਨ ਕਰਦਾ ਸੀ ਇਸ ਪਲੇਸ ਨੂੰ। ਦੁਪਹਿਰ 12:18 ਦੀ ਇਹ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ,
ਪਰਿਵਾਰ ਦੇ ਦੁਆਰਾ ਜਿਹੜਾ ਮ੍ਰਿਤ ਮੈਂਬਰ ਆ ਉਸ ਨੂੰ ਸਟੀਵ ਯਾਗੋਬੀ ਕਰਕੇ ਜਿਹੜਾ ਆ ਉਸ ਦੀ ਸ਼ਨਾਖਤ ਕੀਤੀ ਗਈ ਹੈਗੀ ਆ। ਸਸਪੈਕਟ ਕਹਿੰਦੇ ਵੀ ਜਿਸ ਨੇ ਕੀਤਾ ਹੈ ਵੀ ਉਹ ਮਾਸਕ ਉਸਨੇ ਪਾਇਆ ਹੋਇਆ ਸੀ। $10 ਦਾ ਬਾਕਸ ਆਫ ਮਾਸਕ ਜਿਹੜਾ ਉਹ ਲੈ ਕੇ ਜਾ ਰਿਹਾ ਸੀ ਤੇ ਬਾਹਰ ਜਦੋਂ ਜਾ ਰਿਹਾ ਸੀ ਇਸਨੇ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤੇ ਉਸਨੇ ਦੇਖ ਲਓ ਵੀ ਗੱਡੀ ਦੇ ਥੱਲੇ ਜਿਹੜਾ ਇਸ ਨੂੰ ਦੇ ਦਿੱਤਾ। 3 ਜਾਣੇ ਸੀਗੇ ਉਸ ਗੱਡੀ ਦੇ ਵਿੱਚ ਸਵਾਰ, ਜਿਸ ਨੇ ਜਿਹੜੇ ਸਟੀਵ ਦੇ ਉੱਤੇ ਜਿਹੜੀ ਉਹ ਗੱਡੀ ਚਾੜ ਦਿੱਤੀ। ਪਹਿਲੋਂ ਕਹਿੰਦੇ ਵੀ ਬੈਕਆਊਟ ਕੀਤੀ, ਫਿਰ ਉਹਨਾਂ ਨੇ ਤੇਜ਼ੀ ਦੇ ਨਾਲ ਇਸ ਦੇ ਵੱਲ ਜਿਹੜੀ ਉਹ ਗੱਡੀ ਜਿਹੜੀ ਉਹ ਲਿਆਂਦੀ ਤੇ ਬਾਅਦ ਚ ਉੱਤੋਂ ਦੀ ਜਿਹੜੀ ਉਹ ਕੱਢ ਦਿੱਤੀ। ਕਹਿੰਦੇ ਵੀ ਬਲੂ ਰੰਗ ਦੀ, ਨੀਲੇ ਰੰਗ ਦੀ 4 ਡੋਰ ਹੋਂਡਾ ਸੀਗੀ, ਜਿਸ ਦੇ ਵਿੱਚ ਇਹ ਜਿਹੜੇ 3 ਸਸਪੈਕਟ ਆ ਉਹਨਾਂ ਨੇ ਸਟੀਵ ਨੂੰ ਜਿਹੜਾ ਉਹ ਦਰੜ ਦਿੱਤਾ ਹੈਗਾ ਆ। ਲੈਫਟੀਨੈਂਟ ਮਾਈਕਲ ਮੋਡਿਕਾ LA ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਆ, ਉਹਨਾਂ ਨੇ ਕਿਹਾ ਵੀ ਇਹ ਬੜਾ ਇੱਕ ਸੈਂਸਲੈਸ ਐਕਟ ਆਫ ਵਾਇਲੈਂਸ ਸੀਗਾ, ਖਾਸ ਕਰਕੇ ਉਹ ਵੀ ਇੱਕ $10 ਦੇ ਮਾਸਕ ਦੇ ਡੱਬੇ ਦੇ ਕਰਕੇ ਉਹਨਾਂ ਨੇ ਇਹ ਜਿਹੜਾ ਉਹ ਕੰਮ ਕਰ ਦਿੱਤਾ ਹੋਵੇ। ਕਹਿੰਦੇ ਵੀ ਕਿਸੇ ਦੀ ਜਾਨ ਐਡੀ ਸੈਂਸਲੈਸ ਚੀਜ਼ ਦੇ ਲਈ ਜਿਹੜੀ ਉਹ ਚਲੇ ਜਾਣੀ ਬੜੀ ਜਿਹੜੀ ਨਮੋਸ਼ੀ ਵਾਲੀ ਗੱਲ ਆ। ਹੁਣ ਹਰਜੋਤ ਸਿੰਘ ਜੀ, ਟੈਸਲਾ ਦੀ ਚੋਰੀ ਨੂੰ ਲੈ ਕੇ ਤਾਂ ਸਰਕਾਰ ਕਹਿੰਦੀ ਵੀ ਡੋਮੈਸਟਿਕ ਟੈਰਰਿਜ਼ਮ, ਇਹੋ ਜਿਹੇ ਬੰਦਿਆਂ ਨੂੰ ਜ਼ਰੂਰ ਸਖਤ ਤੋਂ ਸਖਤ ਜਿਹੜੀ ਉਹ ਸਜ਼ਾ ਦੇਣੀ ਚਾਹੀਦੀ ਆ। ਅਜਿਹੇ ਲੋਕਾਂ ਦੇ ਕਰਕੇ ਲੋਕਾਂ ਦੀਆਂ ਜਿਹੜੀਆਂ ਬਿਜ਼ਨੈਸਿਸ ਆ ਉਹਨਾਂ ਨੂੰ ਵੱਡਾ ਜਿਹੜਾ ਉਹ ਨੁਕਸਾਨ ਪਹੁੰਚ ਰਿਹਾ ਆ। ਲੋਕਾਂ ਦੇ ਮਨਾਂ ਦੇ ਵਿੱਚ ਵੱਖ-ਵੱਖ ਭਾਵਨਾਵਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਉਹ ਆ ਰਹੀਆਂ ਆ, ਪਰ ਇਹ ਜਿਹੜੇ ਲੁਟੇਰੇ ਆ ਉਹਨਾਂ ਨੇ ਜਿਹੜੀ ਅੱਤ ਚੱਕੀ ਪਈ ਆ। ਕਈ ਜਿਹੜੇ ਜਿਊਲਰਸ ਤੋਂ ਲੈ ਕੇ ਆਮ ਜਿਹੜੇ ਸਟੋਰ ਆ ਉਹ ਸਮੈਸ਼ ਐਂਡ ਗ੍ਰੈਬ ਦਾ ਜਿਹੜਾ ਸ਼ਿਕਾਰ ਪਹਿਲੋਂ ਵੀ ਬਣਦੇ ਰਹੇ, ਅਜੇ ਵੀ ਜਿਹੜਾ ਉਹ ਬਣ ਰਹੇ ਨੇ। ਤੇ ਆ $10 ਦੇ ਇੱਕ ਮਾਸਕ ਦੇ ਡੱਬੇ ਦੇ ਕਰਕੇ ਕਿਸੇ ਦੀ ਜਾਨ ਚਲੀ ਜਾਣੀ, ਇਹ ਤਾਂ ਆਈਸਿੰਗ ਔਨ ਦਾ ਕੇਕ ਜਿਹੜੀ ਉਹ ਬਣ ਜਾਂਦੀ ਵੀ ਹੱਦ ਹੀ ਜਿਹੜੀ ਉਹ ਹੋ ਗਈ ਇਹਨਾਂ ਲੁਟੇਰਿਆਂ ਦੇ ਦੁਆਰਾ ਵੀ ਕਿੰਨੀ ਕੁ ਚੀਜ਼ ਦੇ ਕਰਕੇ ਤੁਸੀਂ ਆਹ ਕੰਮ ਜਿਹੜਾ ਉਹ ਕਰ ਦਿੱਤਾ ਹੈ। ਸਦਰਨ ਕੈਲੀਫੋਰਨੀਆ ਤੋਂ ਇੱਦਾਂ ਖਬਰ ਆ ਰਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਇਨ ਐਂਡ ਆਊਟ ਜੋ ਆ ਉਹ ਮੋਰੀਏਟਾ ਏਰੀਆ ਦੇ ਵਿੱਚ 39697 ਐਵਨਿਡਾ ਅਕੈਸੀਅਸ ਮੋਰੀਏਟਾ, ਉੱਥੇ ਕਹਿੰਦੇ 20 ਤੋਂ ਲੈ ਕੇ 30 ਲੋਕ ਆਪਸ ਦੇ ਵਿੱਚ ਲੜ ਪਏ। ਇਹ ਰਿਵਰਸਾਈਡ ਕਾਉਂਟੀ ਦੇ ਵਿੱਚ ਹੈ। ਮੋਰੀਏਟਾ ਦੀ ਪੁਲਿਸ ਡਿਪਾਰਟਮੈਂਟ ਦੱਸ ਰਹੀ ਆ ਇਹ ਸਾਰੀ ਘਟਨਾ ਜਿਹੜੀ ਆ ਰਾਤ ਨੂੰ ਵਾਪਰੀ ਹੈਗੀ ਆ। ਲੱਕਲੀ ਕਿਸੇ ਦੇ ਜ਼ਿਆਦਾ ਸੱਟ ਚੋਟ ਨਹੀਂ ਲੱਗੀ ਤੇ ਜੋ ਪ੍ਰਾਪਰਟੀ ਦਾ ਜਿਹੜਾ ਡੈਮੇਜ ਆ ਉਹ ਵੀ ਜ਼ਿਆਦਾ ਨਹੀਂ ਹੋਇਆ। ਪਰ ਜੋ ਡਿਟੈਕਟਿਵਸ ਆ ਇਹਨਾਂ 20 ਤੋਂ ਲੈ ਕੇ 30 ਦੇ ਕਰੀਬ ਜਿਹੜੇ ਖਰੂਦੀ ਬੰਦੇ ਸੀ ਉਹਨਾਂ ਨੂੰ ਲੱਭ ਰਹੇ ਆ। ਉਹਨਾਂ ਨੇ ਆਪਣਾ ਨੰਬਰ ਵੀ ਦੱਸਿਆ 9514616353 ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਡੀਆ ਦੇ ਉੱਤੇ ਜਿਹੜੇ ਟੈਰਿਫ ਲਗਾਏ ਗਏ ਸੀ ਉਹਨਾਂ ਨੂੰ US ਨੇ ਆਉਂਦੀ 9 ਜੁਲਾਈ ਤੱਕ ਸਸਪੈਂਡ ਕਰ ਦਿੱਤਾ ਆ। ਜਿਹੜੇ 26% ਐਡੀਸ਼ਨਲ ਟੈਰਿਫ ਲਗਾਏ ਗਏ ਸੀ, ਇਹ ਵਾਈਟ ਹਾਊਸ ਨੇ ਕਹਿੰਦੇ ਵੀ ਅੱਜ ਜਾਣਕਾਰੀ ਦਿੱਤੀ ਆ। 90 ਦਿਨਾਂ ਦੇ ਲਈ ਜਿਹੜੇ ਟੈਰਿਫ ਲੱਗਣੇ ਸੀ ਉਹਨਾਂ ਵਿੱਚ ਇੰਡੀਆ ਵੀ ਪਹਿਲਾਂ ਸ਼ਾਮਲ ਸੀਗਾ, ਰੈਸੀਪ੍ਰੋਕਲ ਜਿਹੜੇ ਟੈਰਿਫ ਲੱਗਣੇ ਸੀਗੇ, ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਚੀਨ ਨੂੰ ਛੱਡ ਕੇ ਇੰਡੀਆ ਨੂੰ ਵੀ ਕਹਿੰਦੇ ਵੀ ਇੱਕ ਰਾਹਤ ਮਿਲੀ ਹੈਗੀ ਆ। ਸੋ ਇੰਡੀਆ ਵਾਲਿਆਂ ਨੇ ਬਹੁਤ ਕਹਿ ਲਓ ਵੀ ਟਰੰਪ ਹੁਣਾਂ ਦੀਆਂ ਲੇਲੜੀਆਂ ਕੱਢੀਆਂ ਸੀਗੀਆਂ ਵੀ ਭਾਈ ਸਾਡਾ ਜਿਹੜਾ ਉਹ ਬਚਾਅ ਕਰੋ, ਪਰ ਟਰੰਪ ਹੁਣਾਂ ਨੇ ਇਕੱਲਾ ਇਹਨਾਂ ਨੂੰ ਹੀ ਨਹੀਂ ਸਾਰਿਆਂ ਨੂੰ ਹੀ, ਚੀਨ ਨੂੰ ਛੱਡ ਕੇ ਸਾਰਿਆਂ ਨੂੰ ਹੀ ਜਿਹੜਾ ਇਸ ਦੇ ਵਿੱਚ ਕਹਿ ਸਕਦੇ ਆ ਵੀ ਇੱਕ ਰਾਹਤ ਉਹ ਦੇ ਦਿੱਤੀ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਫੈਡੈਕਸ ਤੇ ਗੁੱਡਵਿਲ ਜਿਹੜੇ ਦੋਨੋਂ ਹੀ ਇਹਨਾਂ ਦੇ ਵੱਡੇ ਵੱਡੇ ਸਟੋਰ ਬੇ ਏਰੀਏ ਦੇ ਵਿੱਚ ਫੈਸਿਲਿਟੀਜ਼ ਹੈਗੀਆਂ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਗੁੱਡਵਿਲ ਸੈਨ ਫਰਾਂਸਿਸਕੋ ਬੇ ਏਰੀਏ ਨੇ ਵਾਰਨਿੰਗ ਨੋਟਿਸ ਫਾਈਲ ਕੀਤਾ ਹੈਗਾ ਅਨਪਲਾਇਮੈਂਟ ਡਿਪਾਰਟਮੈਂਟ ਦੇ ਕੋਲ ਵੀ 72 ਦੇ ਕਰੀਬ ਆਪਣੇ ਜੋ EMPLOYEES ਉਹਨਾਂ ਦੇ ਓਕਲੈਂਡ ਵਾਲੀ ਲੋਕੇਸ਼ਨ ਦੇ ਉੱਤੇ ਹੈਗੇ ਆ। 18 ਦੇ ਕਰੀਬ ਜਿਹੜੇ EMPLOYEES ਉਹਨਾਂ ਦੇ ਸੈਨ ਫਰਾਂਸਿਸਕੋ ਵਾਲੀ ਲੋਕੇਸ਼ਨ ਤੇ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ ਕਿਉਂਕਿ ਉਹ ਆਪਣੀ ਫੈਸਿਲਿਟੀ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਆ। ਫੈਡੈਕਸ ਨੇ ਇਹ ਕਿਹਾ ਵੀ 2 ਵਾਰਨਿੰਗ ਨੋਟਿਸ ਪਿਛਲੇ ਹਫ਼ਤੇ ਦਿੱਤੇ ਗਏ ਹੈਗੇ। 79 EMPLOYEE ਜੋ ਐਮਰੀਵਿਲ ਵਾਲੀ ਲੋਕੇਸ਼ਨ ਤੇ ਆ, 85 EMPLOYEE ਜੋ ਉਹਨਾਂ ਦੇ ਓਕਲੈਂਡ ਵਾਲੀ ਲੋਕੇਸ਼ਨ ਤੇ ਆ। ਸੋ ਟੋਟਲੀ ਪੂਰੀ ਦੀਆਂ ਪੂਰੀਆਂ ਜਿਹੜੀਆਂ ਇਹਨਾਂ ਦੇ ਆਫਿਸਰਸ ਆ ਸੈਨ ਫਰਾਂਸਿਸਕੋ, ਓਕਲੈਂਡ ਬੇ ਏਰੀਏ ਦੇ ਵਿੱਚ ਦੋਨੋਂ ਹੀ ਕੰਪਨੀਆਂ ਜਿਹੜੀਆਂ ਫੈਡੈਕਸ ਤੇ ਗੁੱਡਵਿਲ ਆ ਇਹ ਬੰਦ ਕਰਨ ਜਾ ਰਹੀਆਂ ਹੈਗੀਆਂ। ਬੇ ਏਰੀਏ ਦੇ ਵਿੱਚ ਕਹਿੰਦੇ 18,000 ਤੋਂ ਵੱਧ ਲੋਕਾਂ ਨੇ ਜੌਬਸ ਲੌਸਟ ਕੀਤੀਆਂ ਆ 2025 ਦੇ
ਸ਼ੁਰੂਆਤ ਤੋਂ ਲੈ ਕੇ। ਸੋ ਇਹ ਬਹੁਤ ਵੱਡਾ ਨੰਬਰ ਆ। NBC ਰਿਪੋਰਟ ਕਰ ਰਿਹਾ ਵੀ 18,000 ਲੋਕ ਜਨਵਰੀ 1 ਤੋਂ ਲੈ ਕੇ ਹੁਣ ਤੱਕ ਬੇ ਏਰੀਏ ਦੇ ਵਿੱਚ ਆਪਣੀਆਂ ਨੌਕਰੀਆਂ ਲੂਜ਼ ਕਰ ਚੁੱਕੇ ਆ। ਤੇ ਜਿਹੜੀ ਟੈਕ ਇੰਡਸਟਰੀ ਆ ਵੀ ਉੱਥੇ ਤਾਂ ਲੋਕਾਂ ਦਾ ਕਹਿੰਦੇ ਵੀ ਮੈਂਟਲੀ ਬੜਾ ਬੁਰਾ ਹਾਲ ਹੋਇਆ ਆ। ਬੇ ਏਰੀਏ ਦੇ ਜਿੰਨੀਆਂ ਵੀ ਟੈਕ ਕੰਪਨੀਆਂ ਆ ਵੱਡੀਆਂ ਵੱਡੀਆਂ, ਉਹਨਾਂ ਨੇ ਲੇ ਆਫ ਤਾਂ ਇੱਕ ਪਾਸੇ ਕਰਨੀ ਸੀ, ਉਹਨਾਂ ਨੇ ਆਪਣੇ ਵੱਡੇ ਵੱਡੇ ਆਫਿਸਸ ਵੀ ਬੰਦ ਕਰ ਦਿੱਤੇ। ਮੈਟਾ ਨੇ 3 ਆਫਿਸ ਜੋ ਫਰੀਮੌਂਟ ਦੇ ਵਿੱਚ ਸੀ ਉਹਨਾਂ ਦੇ ਵੱਡੀਆਂ ਬਿਲਡਿੰਗਾਂ ਉਹ ਬੰਦ ਕਰ ਦਿੱਤੀਆਂ। ਓਕਲੈਂਡ ਵੇਸਟ ਬਲੌਕ ਇੱਕ ਕੰਪਨੀ ਆ, ਉਹਨਾਂ ਨੇ 240 ਦੇ ਕਰੀਬ ਰਿਮੋਟ ਕੈਲੀਫੋਰਨੀਆ EMPLOYEE ਸੀ, ਉਹਨਾਂ ਨੂੰ ਲੇ ਆਫ ਕਰ ਦਿੱਤਾ। ਗੇਮ ਮੇਕਰ ਨਿਆਨਟਿਕ ਜੋ ਉਹਨਾਂ ਨੇ ਹੁਣੇ ਵਿਕੀ ਸੀ ਪਿੱਛੇ ਜਿਹੇ ਪੋਕੇਮੈਨ ਗੋ ਜਿਨ੍ਹਾਂ ਨੇ ਸੈੱਲ ਕੀਤਾ ਸੀ $4 ਬਿਲੀਅਨ ਦੀ, ਉਹਨਾਂ ਨੇ 68 EMPLOYEE ਜਿਹੜੇ ਆਪਣੇ ਲੇ ਆਫ ਕਰ ਦਿੱਤੇ ਹੈਗੇ ਆ। ਅਹਿਮਦ ਬਨਾਫਾ ਇੰਜੀਨੀਅਰਿੰਗ ਪ੍ਰੋਫੈਸਰ ਆ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ, ਟੈਕ ਐਕਸਪਰਟ ਆ। ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਅਲਾਰਮਿੰਗ ਹੈਗਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਕਨੋਲੋਜੀ ਆ ਉਸ ਫੀਲਡ ਦੇ ਵਿੱਚ ਲੋਕਾਂ ਦੀ ਲੇ ਆਫ ਹੋ ਰਹੀ ਆ। ਇਹ ਸਾਰੇ ਕਾਸੇ ਦੇ ਪਿੱਛੇ ਕਹਿੰਦੇ ਵੀ ਮੇਨ ਕਲਪਰੇਟ ਇਜ਼ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਇਹ ਜੋਬਾਂ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਖਾ ਰਹੀ ਹੈਗੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ। ਹਰਜੋਤ ਸਿੰਘ ਜੀ, ਅਗਲੀ ਖਬਰ ਸਾਰੇ ਜਾਣੇ ਧਿਆਨ ਦੇ ਨਾਲ ਜਿਹੜੀ ਉਹ ਸੁਣਨ ਵੀ ਕੀ ਜਿਹੜਾ ਉਹ ਚੱਲ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ। ਨਿਊਯਾਰਕ ਟਾਈਮਜ਼ ਅੱਜ ਇਹ ਰਿਪੋਰਟ ਕਰ ਰਹੀ ਆ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਇਹ ਸੋਚ ਰਿਹਾ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੈਲਫ ਡਿਪੋਰਟ ਵਾਲੇ ਪਾਸੇ ਨੂੰ ਧੱਕਿਆ ਜਾਵੇ। ਉਧਰ ਕਹਿੰਦੇ ਵੀ ਹੁਣ ਇਹ ਪ੍ਰਸ਼ਾਸਨ ਇਹ ਫੈਸਲਾ ਜਿਹੜਾ ਉਹ ਲੈ ਰਹੇ ਆ ਵੀ ਉਹਨਾਂ ਦੇ ਜਿਹੜੇ ਸੋਸ਼ਲ ਸਿਕਿਉਰਿਟੀ ਨੰਬਰ ਹੀ ਕੈਂਸਲ ਕਰ ਦਿੱਤੇ ਜਾਣ। ਸੋ ਇਹ ਕਹਿੰਦੇ ਵੀ ਇਸ ਟਾਈਮ ਪ੍ਰੈਸ਼ਰ ਦਬਾਅ ਜਿਹੜਾ ਆ ਉਹ ਪਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਇੱਕ ਵੱਡੀ ਚੀਜ਼ ਆ ਹਰਜੋਤ ਸਿੰਘ ਜੀ। ਕਹਿੰਦੇ ਵੀ ਸੋਸ਼ਲ ਸਿਕਿਉਰਿਟੀ ਨੰਬਰ ਕੈਂਸਲ ਹੋਣ ਦੇ ਨਾਲ ਹੋਊਗਾ ਕੀ ਵੀ ਉਹਨਾਂ ਦਾ ਜਿਹੜਾ ਐਕਸੈਸ ਆ ਕ੍ਰੈਡਿਟ ਕਾਰਡ ਨੂੰ, ਬੈਂਕ ਅਕਾਊਂਟਸ ਨੂੰ ਤੇ ਹੋਰ ਫਾਈਨੈਂਸ਼ੀਅਲ ਸਰਵਿਸਿਜ਼ ਜੌਬਸ ਨੂੰ, ਹਰ ਇੱਕ ਚੀਜ਼ ਨੂੰ ਵੀ ਉਹ ਬਿਲਕੁਲ ਕੱਟ ਆਫ ਹੋ ਸਕਦਾ ਆ। ਕਹਿੰਦੇ ਵੀ ਇੱਕ ਡੈਥ ਮਾਸਟਰ ਫਾਈਲ ਬਣਾਈ ਜਾ ਰਹੀ ਆ, ਖਾਸ ਕਰਕੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਬਾਈਡਨ ਹੁਣਾਂ ਨੇ ਆਪਣੇ ਕਾਰਜਕਾਲ ਦੇ ਅੰਦਰ ਟੈਂਪਰੇਰੀ ਲੀਗਲ ਸਟੇਟਸ ਜਿਹੜਾ ਉਹ ਦਿੱਤਾ ਹੈ, ਜਿਸ ਦੇ ਵਿੱਚ ਲੱਖਾਂ ਹੀ ਲੋਕ ਆਉਂਦੇ ਆ। CBP1 ਐਪ ਦਾ ਆਪਾਂ ਤੁਹਾਡੇ ਨਾਲ ਜਿਹੜੀ ਚੀਜ਼ ਉਹ ਸ਼ੇਅਰ ਕੀਤੀ ਸੀ ਵੀ ਉਹਦੇ ਜ਼ਰੀਏ ਆਏ ਸਾਰੇ ਹੀ ਲੋਕਾਂ ਦਾ ਜਿਹੜਾ ਸਟੇਟਸ ਆ ਉਸ ਨੂੰ ਇਹਨਾਂ ਨੇ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਗੋਲ ਇਹਨਾਂ ਦਾ ਇਹੀ ਆ ਵੀ ਲੋਕਾਂ ਨੂੰ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਕੱਟ ਆਫ ਕਰ ਦਿਓ, ਗਵਰਨਮੈਂਟ ਬੈਨੀਫਿਟਸ ਦੇ ਐਕਸੈਸ ਤੋਂ ਜਿਹੜਾ ਉਹਨਾਂ ਨੂੰ ਬੰਦ ਕਰ ਦਿਓ ਤੇ ਇਵੈਂਚੁਅਲੀ ਉਹ ਇੱਥੇ ਨਾ ਰਹਿ ਸਕਣ ਨਾ ਜੀ ਸਕਣ ਤੇ ਉਹਨਾਂ ਨੂੰ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨਾ ਜਿਹੜਾ ਉਹ ਪੈ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਸ ਹਫਤੇ ਉਹਨਾਂ ਨੇ 6300 ਜਿਹੜੇ ਮਾਈਗ੍ਰੈਂਟਸ ਆ ਉਹਨਾਂ ਦੇ ਜਿਹੜੇ ਨਾਮ ਆ ਲੀਗਲ ਸਟੇਟਸ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਲੀਗਲ ਸਟੇਟਸ ਵਾਲੇ ਸੀ ਉਹ ਰਿਵੋਕ ਕਰਕੇ ਇਸ ਫਾਈਲ ਦੇ ਵਿੱਚ ਐਡ ਕੀਤਾ ਆ। ਇਹ ਡਾਕੂਮੈਂਟ ਤੋਂ ਪਤਾ ਲੱਗਾ ਆ ਇਹ ਡੈਥ ਮਾਸਟਰ ਫਾਈਲ ਜਿਹੜੀ ਉਹ ਬਣਾਈ ਗਈ ਆ। ਸੋਸ਼ਲ ਸਿਕਿਉਰਿਟੀ ਨੂੰ ਹੁਣ ਹਥਿਆਰ ਬਣਾਇਆ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਇਹਦੇ ਨਾਲ ਲਗਭਗ ਹਰ ਕੁਝ ਜਿਹੜੀ ਚੀਜ਼ ਆ ਉਹ ਕਰਨ ਤੋਂ ਜਿਹੜੇ ਅਸਮਰਥ ਹੋਣਗੇ। ਨਿਊਯਾਰਕ ਟਾਈਮ ਨੇ ਇਹ ਵੀ ਰਿਪੋਰਟ ਕੀਤਾ ਹੈ ਵੀ ਜਿਹੜੀ ਸੋਸ਼ਲ ਸਿਕਿਉਰਿਟੀ ਨੰਬਰ ਜਿਹੜੇ ਹੰਡਰਡਸ ਆਫ ਥਾਊਜ਼ੈਂਡਸ ਆਫ ਮਾਈਗ੍ਰੈਂਟਸ ਉਹਨਾਂ ਨੂੰ ਜੇ ਕੱਟ ਕਰਨ ਜਾ ਰਹੇ ਹੈਗੇ ਆ ਤੇ ਇਹਨਾਂ ਦੇ ਪੇਪਰ ਲੀਗਲੀ ਪ੍ਰੋਸੈਸ ਹੋਏ ਸੀਗੇ, ਇਲੀਗਲੀ ਨਹੀਂ ਪ੍ਰੋਸੈਸ ਹੋਏ ਹੈਗੇ। ਸੋ ਸਭ ਤੋਂ ਪਹਿਲਾਂ ਕਹਿੰਦੇ ਜਿਹੜੀ ਟਾਰਗੇਟਡ ਆ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਕ੍ਰਿਮੀਨਲਸ ਹੋਣਗੇ, ਸਸਪੈਕਟਡ ਟੈਰਰਿਸਟ ਹੋਣਗੇ। ਇਹ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈਗੀ ਆ। ਸੋ ਉਸ ਤੋਂ ਬਾਅਦ ਉਹ ਬਾਕੀ ਜਿਹੜੇ ਲੋਕ ਆ ਉਹਨਾਂ ਵੱਲ ਜਾਊਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ CBP1 ਐਪ ਹੈਗੀ ਆ ਉਹਨੂੰ ਉਸੇ ਨੂੰ ਕਨਵਰਟ ਕਰਕੇ ਹੋਮ ਐਪ ਕਰਕੇ ਕਰਤਾ ਵੀ ਆਪਣੇ ਆਪ ਜਿਹੜੇ ਆ ਤੁਸੀਂ ਵਾਪਸ ਆਪਣੇ ਘਰਾਂ ਨੂੰ ਚਲੇ ਜਾਓ। 1 ਮਿਲੀਅਨ ਦੇ ਕਰੀਬ ਲੋਕ USA ਦੇ ਵਿੱਚ CBP1 ਐਪ ਦੇ ਥਰੂ ਐਂਟਰ ਹੋਏ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈਗਾ। ਸੋ ਐਗਜ਼ੈਕਟਲੀ ਜਿਸ ਦਿਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਰਜ ਸੰਭਿਆ ਸੀ ਜਨਵਰੀ 20 ਨੂੰ, ਉਸੇ ਦਿਨ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ CBP1 ਐਪ ਨੂੰ ਐਲੀਮੀਨੇਟ ਕਰ ਦਿੱਤਾ ਸੀ ਤੇ 30,000 ਦੇ ਕਰੀਬ ਲੋਕਾਂ ਦੀਆਂ ਅਪੁਆਇੰਟਮੈਂਟ ਸੀਗੀਆਂ ਜੋ ਮੈਕਸੀਕੋ 'ਚ ਬੈਠੇ ਸੀ, ਜਿਹਨੇ ਅਪੁਆਇੰਟਮੈਂਟ ਕਰਕੇ ਆਉਣਾ ਸੀ, ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਸੀ। ਸੋ ਤੁਸੀਂ ਇੱਕ ਪਾਸੇ ਤਾਂ ਉਹ ਕਹਿ ਰਹੇ ਆ ਵੀ ਖੇਤੀਬਾੜੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦਾ ਫੜੋ ਫੜਾਈ ਨੂੰ ਅਸੀਂ ਸਲੋ ਡਾਊਨ ਜਿਹੜਾ ਉਹ ਕਰਨ ਜਾ ਰਹੇ ਆ। ਦੂਜੇ ਪਾਸੇ
ਹਰ ਹੀਲਾ ਜਿਹੜਾ ਉਹ ਵਰਤਿਆ ਜਾ ਰਿਹਾ, ਹਰ ਮਹਿਕਮਾ ਜਿਹੜਾ ਉਹ ਵਰਤਿਆ ਜਾ ਰਿਹਾ ਵੀ ਲੋਕਾਂ ਨੂੰ ਕਿੱਦਾਂ ਸਕਵੀਜ਼ ਜਿਹੜਾ ਉਹ ਕੀਤਾ ਜਾਵੇ। ਸੋ ਕੋਈ ਵੀ ਮਹਿਕਮਾ ਉਹ ਛੱਡ ਨਹੀਂ ਰਹੇ, ਉਹ ਉਸ ਦੀ ਵਰਤੋਂ ਕਰਕੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਹੁਣ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੀ ਜਿਹੜੀ ਹਰਜੋਤ ਸਿੰਘ ਜੀ ਬਣ ਜਾਂਦੀ ਆ। ਸੋ ਬਹੁਤ ਸਾਰੇ ਜਿਹੜੇ ਲੋਕ ਨੇ, ਚਾਹੇ ਉਹ ਵਰਕ ਪਰਮਿਟ ਵਾਲੇ ਹੋਣ, ਚਾਹੇ ਉਹ ਅੱਗੇ ਤੋਂ ਅੱਗੇ ਆਪਣੀ ਕਾਰਵਾਈ ਦੇ ਵਿੱਚ ਲੱਗੇ ਹੋਣ, ਹੁਣ ਇਹ ਨਹੀਂ ਪਤਾ ਵੀ ਇਸ ਡੈਥ ਮਾਸਟਰ ਫਾਈਲ ਦੇ ਵਿੱਚ ਕਿਹਦਾ ਨਾਂ ਹੋਊਗਾ, ਕਿਹਦਾ ਨਹੀਂ ਹੋਊਗਾ। ਕ੍ਰਿਮੀਨਲ ਕਹਿ ਕੇ ਹੀ ਲੋਕਾਂ ਨੇ ਇਹਨਾਂ ਨੇ ਜਿਹੜੇ ਉਹ ਬੰਦੇ ਟੰਗੇ ਆ। ਹੁਣ ਸੁਪਰੀਮ ਕੋਰਟ ਨੇ ਐਵੇਂ ਨਹੀਂ ਫੈਸਲਾ ਜਿਹੜਾ ਉਹ ਸੁਣਾਇਆ ਵੀ ਉਹ ਜਿਹੜਾ ਗਲਤ ਤੁਸੀਂ ਬੰਦਾ ਫੜ ਕੇ ਘਾਲਤਾ ਉਹਨੂੰ ਵਾਪਸ ਜਿਹੜਾ ਤੁਸੀਂ ਲੈ ਕੇ ਆਓ। ਉਹ ਕਹਿੰਦੇ ਕ੍ਰਿਮੀਨਲ ਆ, ਚੱਕਦੇ ਪਤਾ ਨਹੀਂ ਕਿਹਨੂੰ ਆ, ਜਿਹੜਾ ਵੀ ਦਾ ਆਉਂਦਾ ਆ ਉਹ ਚੱਕ ਹੋ ਜਾਂਦਾ। ਆਈਸ ਵਾਲਿਆਂ ਦੀ ਬੇਕਰਫੀਲਡ ਦੀ ਆਪਾਂ ਖਬਰ ਕੀਤੀ ਸੀਗੀ, CBP ਵਾਲਿਆਂ ਦੀ 78 ਚੋਂ 77 ਉਹ ਬੰਦੇ ਸੀ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਜਾਂ ਇਮੀਗ੍ਰੇਸ਼ਨ ਰੈਕਡ ਨਹੀਂ ਸੀ, ਤਾਂ ਵੀ ਜਿਹੜੇ ਉਹਨਾਂ ਨੇ ਉਹ ਗ੍ਰਿਫਤਾਰ ਜਿਹੜੇ ਉਹ ਕਰ ਲਏ ਸੀ, ਡਿਟੇਨ ਕਰ ਲਏ ਸੀਗੇ। ਸੋ ਦੇਖੋ ਇਹ ਹੁਣ ਇਸ ਨੂੰ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਵਰਤਣਾ ਤੇ ਕਿਹੜੇ ਲੋਕਾਂ ਦੇ ਉੱਤੇ ਜ਼ਿਆਦਾ ਜਿਹੜਾ ਇਸ ਦਾ ਅਸਰ ਜਿਹੜਾ ਉਹ ਪਵੇਗਾ। ਆਈਸ ਦਾ ਚੀਫ ਜਿਹੜਾ ਆ ਉਹ ਇਹ ਕਹਿੰਦਾ ਹੈ ਵੀ ਮੈਂ ਚਾਹਨਾ ਆ ਵੀ ਐਮਾਜ਼ਨ ਸਟਾਈਲ ਮਾਸ ਡਿਪੋਰਟੇਸ਼ਨ ਲੈ ਹੋਵੇ। ਦੇਖ ਲਓ ਸਾਹਿਬ, ਐਮਾਜ਼ਨ ਸਟਾਈਲ ਮਾਸ ਡਿਪੋਰਟੇਸ਼ਨ ਕਹਿੰਦੇ ਪ੍ਰਾਈਮ ਬਟ ਵਿਦ ਹਿਊਮਨ ਬੀਇੰਗਸ। ਸੋ ਇਹ ਹਿਸਾਬ ਲਾ ਲਾ ਇਹਨਾਂ ਦਾ ਵੱਸ ਨਹੀਂ ਚੱਲਦਾ, ਇਹਦਾ ਡਰੋਨਾਂ ਨਾਲ ਫੜ ਕੇ ਬਾਰਡਰ ਤੋਂ ਪਾਰ ਜਿਹੜਾ ਉਹ ਸਿੱਟ ਆਉਣ। ਨਿਰਦਇਤਾ ਦੀ ਵੀ ਜਿਹੜੀ ਕਿਤੇ ਨਾ ਕਿਤੇ ਹੱਦ ਹੁੰਦੀ ਆ। ਇਦਾਂ ਦੇ ਬਿਆਨਾਂ ਦੇ ਨਾਲ ਲੋਕਾਂ 'ਚ ਦੇਖੋ ਵੀ ਕਿੱਥੇ ਭਰੋਸਾ ਜਾਂ ਕੋਈ ਡਰ ਜਾਂ ਕੋਈ ਕਹਿ ਲਓ ਵੀ ਕੋਈ ਹੌਸਲਾ ਜਿਹੜਾ ਉਹ ਮਿਲਦਾ। ਹੁਣ ਕਰੀਏ ਕੀ, ਇਹ ਜੋ ਕਹਿ ਰਹੇ ਉਹੀ ਤੁਹਾਨੂੰ ਜਿਹੜਾ ਅਸੀਂ ਦੱਸ ਰਹੇ ਹਾਂ ਜੀ। ਹੁਣ ਆਈਸ ਵਾਲਿਆਂ ਦੇ ਕਹਿੰਦੇ ਵੀ ਹੌਸਲੇ ਇੰਨੇ ਵਧੇ ਹੋ ਆ। ਪਿਛਲੇ ਦਿਨਾਂ 'ਚ ਇਹਨਾਂ ਨੇ ਪੋਸਟ ਪਾਈ ਸੀ ਵੀ ਇਲੀਗਲ ਆਈਡੀਆਜ਼ ਵੀ ਕਿਸ ਤਰ੍ਹਾਂ ਜਿਹੜੇ ਬਾਰਡਰ ਕ੍ਰਾਸ ਕਰ ਰਹੇ ਆ ਉਹਨਾਂ ਨੂੰ ਰੋਕਣਾ ਹੈਗਾ। ਜਦੋਂ ਫਿਰ ਇਹਦਾ ਰੌਲਾ ਪਿਆ ਫਿਰ ਇਹਨਾਂ ਨੇ ਪੋਸਟ ਉਹ ਡਿਲੀਟ ਕਰ ਦਿੱਤੀ। ਦੇਖ ਮਤਲਬ ਹਰ ਇੱਕ ਪਾਸੇ ਹਰ ਇੱਕ ਜਣਾ ਉਹ ਹੁਣ ਇਹੀ ਆ ਵੀ ਮੈਂ ਹੀ ਜੱਜ, ਮੈਂ ਹੀ ਗਵਾਹ, ਮੈਂ ਹੀ ਵਕੀਲ, ਵੀ ਫੈਸਲਾ ਔਨ ਦਾ ਸਪੌਟ ਵਾਲੀ ਜਿਹੜੀ ਉਹ ਭਾਵਨਾ ਦੇ ਨਾਲ ਚੱਲ ਰਿਹਾ। ਤੇ ਜਦੋਂ ਇਦਾਂ ਕਰਦੇ ਆ ਪਾਵਰ ਦਾ ਅਬਿਊਜ਼ ਜਿਹੜਾ ਉਹ ਡੈਫੀਨੇਟਲੀ ਇਸ ਦੇ ਵਿੱਚ ਹੁੰਦਾ ਆ। ਪਰ ਜੋ ਮਾਰਕੀਟਸ ਦੀ ਜਾਂਦੇ ਗੱਲ ਕਰ ਜੀਏ, ਕੱਲ ਮਾਰਕੀਟ ਮੈਨੂਪੂਲੇਸ਼ਨ ਜਿਸ ਨੂੰ ਸ਼ਬਦ ਬਹੁਤ ਸਾਰੇ ਜਿਹੜੇ ਟਰੰਪ ਹੁਣਾਂ ਦੇ ਆਲੋਚਕ ਵਰਤ ਰਹੇ ਆ, ਮਾਰਕੀਟ ਪਹਿਲਾਂ ਡਿੱਗੀ ਤੇ ਫਿਰ ਬਹੁਤ ਜ਼ਿਆਦਾ ਉਛਲੀ ਤੇ ਅੱਜ ਜਿਹੜੀ ਇੱਕ ਵਾਰੀ ਫਿਰ ਮਾਰਕੀਟ ਉਹ ਗਿਰਾਵਟ ਵੱਲ ਨੂੰ ਚਲੇ ਗਈ ਹੈਗੀ ਆ। 1000 ਤੇ 15 ਪੁਆਇੰਟ ਘਟ ਕੇ ਡਾਓ ਜੋਨ 39,594 ਤੇ ਬੰਦ ਹੋਇਆ। S&P 139 ਪੁਆਇੰਟ 199 ਪੁਆਇੰਟ ਘਟ ਕੇ 5268 ਦੇ ਉੱਤੇ। ਨੈਸਡੈਕ 700 ਤੇ 38 ਪੁਆਇੰਟ ਘਟ ਕੇ 16,387 ਦੇ ਬੰਦ ਹੋਇਆ। ਸੋਨੇ ਦਾ ਭਾਅ 3200 ਤੇ $17 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $60 ਦੇ ਉੱਤੇ ਆ ਗਈ ਆ ਪ੍ਰਤੀ ਬੈਰਲ। 10 year yield ਜਿਹੜਾ 4.47%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 79,516 ਤੇ ਇਥੀਰੀਅਮ $1520 ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰ ਦਈਏ, $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 24 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 26 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।